ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਸਵਰਨ ਸਿੰਘ ਟਹਿਣਾ। ਤੁਸੀਂ ਦੇਖ ਰਹੇ ਹੋ ਪ੍ਰਾਈਮ ਏਸ਼ੀਆ ਟੀਵੀ ਤੇ ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਖਬਰ ਦੀ ਖਬਰ ਪੇਸ਼ ਕਰਨ ਦਾ ਵੇਲਾ ਹੋ ਚੱਲਿਆ। ਪਹਿਲੀ ਵੱਡੀ ਖਬਰ ਦੇ ਵੱਲ ਜਾਣ ਤੋਂ ਪਹਿਲਾਂ ਪੰਜਾਬ ਦੇ ਮੌਸਮ ਦੀ ਹਾਲ ਬਿਆਨੀ ਕਰਦੇ ਹਾਂ। ਪੰਜਾਬ ਦੇ ਵਿੱਚ ਲੰਘੇ ਕੱਲ੍ਹ ਗਰਮੀ ਦਿਨ ਦੇ ਵੇਲੇ ਚੋਖੀ ਸੀ। 32 ਡਿਗਰੀ ਦੇ ਕਰੀਬ ਪੰਜਾਬ ਦੇ ਵਿੱਚ ਲੰਘੇ ਕੱਲ੍ਹ ਟੈਂਪਰੇਚਰ ਦਰਜ ਕੀਤਾ ਗਿਆ। ਰਾਤ ਦੇ ਵੇਲੇ ਟੈਂਪਰੇਚਰ 13 ਤੋਂ ਲੈ ਕੇ 15 ਡਿਗਰੀ ਤੱਕ ਦਰਜ ਕੀਤਾ ਗਿਆ। ਮੌਸਮ ਵਿਭਾਗ ਨੇ ਇਹ ਗੱਲ ਕਹੀ ਹੈ ਕਿ ਆਉਂਦੇ 72 ਘੰਟੇ ਪੰਜਾਬ, ਦਿੱਲੀ ਤੇ ਹਰਿਆਣੇ ਦੇ ਵਿੱਚ ਮੌਸਮ ਬਿਲਕੁਲ ਸਥਿਰ ਰਹਿਣਾ। ਇੱਕ ਹੋਰ ਗੱਲ ਦੱਸਣੀ ਬਣਦੀ ਹੈ ਕਿ ਗਰਮੀ ਦੇ ਮੌਕੇ ਪਾਣੀ ਦੀ ਲਾਗਤ ਵੱਧ ਹੁੰਦੀ ਹੈ। ਇਸੇ ਕਰਕੇ ਪਾਣੀ ਦੇ ਮੱਦੇਨਜ਼ਰ, ਕਿਉਂਕਿ ਪਾਣੀ ਦੀ ਕਿਤੇ ਥੁੜ ਨਾ ਪੈਦਾ ਹੋ ਜੇ, ਸੋ ਸਿੰਘੂ ਤੇ ਟਿੱਕਰੀ ਬਾਰਡਰ ਦੇ ਉੱਤੇ ਵੱਡੀ ਗਿਣਤੀ ਦੇ ਵਿੱਚ ਕਿਸਾਨ ਇਕੱਠੇ ਹੋ ਕੇ ਆਪਣੇ ਬੋਰ ਕਰ ਰਹੇ ਆ। ਯਾਨੀ ਕਿ ਉੱਥੇ ਪਾਣੀ ਦਾ ਪ੍ਰਬੰਧ ਸਿੰਘੂ ਬਾਰਡਰ ਦੇ ਉੱਤੇ ਆਪਣਾ ਹੀ ਕੀਤਾ ਜਾ ਰਿਹਾ। ਜਦੋਂ ਇਸ ਗੱਲ ਦਾ ਪਤਾ ਵੀ ਅਣਮਿੱਥੇ ਸਮੇਂ ਦੇ ਲਈ ਅੰਦੋਲਨ ਚੱਲਣਾ, ਪਤਾ ਨਹੀਂ ਮਹੀਨਾ ਚੱਲੇ, ਪਤਾ ਨਹੀਂ 20 ਦਿਨ ਚੱਲੇ, ਪਤਾ ਨਹੀਂ 4 ਮਹੀਨੇ ਚੱਲੇ, ਪਤਾ ਨਹੀਂ 6 ਮਹੀਨੇ ਚੱਲੇ, ਇਸ ਕਰਕੇ ਕਿਸਾਨਾਂ ਦੇ ਵੱਲੋਂ ਪੱਕੇ ਪ੍ਰਬੰਧ ਕਰ ਲਏ ਗਏ ਆ। ਲੰਘੇ ਕੱਲ੍ਹ ਸਾਨੂੰ ਇੱਕ ਸੱਜਣ ਨੇ ਦੱਸਿਆ, ਅਵਤਾਰ ਸਿੰਘ ਹੋਰਾਂ ਨੇ, ਉਹਨਾਂ ਨੇ ਕਿਹਾ ਜੀ ਕਿ ਜਿਹੜਾ ਅਸੀਂ ਇੱਥੇ ਹਸਪਤਾਲ ਬਣਾਇਆ ਹੋਇਆ, ਇਹਦੇ ਵਿੱਚ ਅਸੀਂ ਟਾਈਲਾਂ ਲਾ ਕੇ ਪੱਕੇ ਤੌਰ ਦੇ ਉੱਤੇ ਇੱਥੇ ਬਣਾ ਲਿਆ, ਕਿਉਂਕਿ ਕਿਸਾਨਾਂ ਦੇ ਲਈ ਅਸੀਂ ਇਹ ਭਰੋਸਾ ਪੈਦਾ ਕਰਨਾ ਚਾਹੁੰਦੇ ਹਾਂ ਵੀ ਤੁਹਾਡੀ ਸਿਹਤ ਦੇ ਵਿੱਚ ਜੇਕਰ ਕੋਈ ਵੀ ਵਿਗਾੜ ਪੈਦਾ ਹੁੰਦਾ, ਅਸੀਂ ਤੁਹਾਡੇ ਨਾਲ ਖੜੇ ਹਾਂ। ਕਿਸੇ ਨੂੰ ਇਹ ਨਾ ਲੱਗੇ ਵੀ ਪਤਾ ਨਹੀਂ ਜੇਕਰ ਲੰਮਾ ਸਮਾਂ ਹੋਰ ਅੰਦੋਲਨ ਚੱਲਿਆ ਤਾਂ ਇੱਥੇ ਹਸਪਤਾਲ ਦੀਆਂ ਸੇਵਾਵਾਂ ਵਾਲੇ ਰਹਿਣਗੇ ਕਿ ਨਹੀਂ ਰਹਿਣਗੇ। ਅਸੀਂ ਟਾਈਲਾਂ ਲਾ ਕੇ ਆਪਣੇ ਹਸਪਤਾਲਾਂ ਨੂੰ ਪੱਕਾ ਹੀ ਇੱਥੇ ਬਣਾ ਲਿਆ। ਉਸ ਤੋਂ ਅਗਲੀ ਗੱਲ ਇਹ ਹੈ ਕਿ ਟਾਇਲਟਾਂ ਦੇ ਉੱਥੇ ਪੱਕੇ ਤੌਰ ਦੇ ਉੱਤੇ ਪ੍ਰਬੰਧ ਹੋ ਵੀ ਚੁੱਕੇ ਅਤੇ ਹੋ ਵੀ ਰਹੇ ਆ। ਪਾਣੀ ਦੀ ਗੱਲ ਸੀ, ਪਾਣੀ ਦੇ ਪ੍ਰਬੰਧ ਉੱਥੇ ਬੋਰ ਕਰ ਕਰਕੇ ਪੱਕੇ ਤੌਰ ਤੇ ਕੀਤੇ ਜਾ ਰਹੇ ਆ। ਇਸੇ ਕਰਕੇ ਕਿਸਾਨ ਆਗੂ ਇਹ ਗੱਲ ਕਹਿ ਰਹੇ ਆ, ਅੰਦੋਲਨ ਭਾਵੇਂ 4 ਮਹੀਨੇ ਚੱਲੇ, ਭਾਵੇਂ ਚੱਲੇ 6 ਮਹੀਨੇ ਤੇ ਭਾਵੇਂ ਚੱਲੇ ਪੂਰਾ ਸਾਲ, ਅਸੀਂ ਇੱਥੇ ਬੈਠੇ ਹਾਂ, ਜਿੱਤੇ ਤੋਂ ਬਿਨਾਂ ਅਸੀਂ ਵਾਪਸ ਨਹੀਂ ਜਾਂਦੇ। ਤੇ ਇਹ ਗੱਲ ਚੰਗੀ ਲੱਗਦੀ ਹੈ ਕਿਸਾਨਾਂ ਦੇ ਮੂੰਹੋਂ ਸੁਣ ਕੇ, ਜਿਹੜੇ ਗੱਲ ਕਹਿੰਦੇ ਵੀ ਵਾਢੀ ਦਾ ਵੀ ਮੌਕਾ ਭਾਵੇਂ ਸਿਰ ਦੇ ਉੱਤੇ ਆ ਰਿਹਾ, ਪਰ ਅਸੀਂ ਡੋਲੇ ਨਹੀਂ। ਅਸੀਂ ਜਾਵਾਂਗੇ, ਮੁੜ ਕੇ ਫੇਰ ਆ ਜਾਵਾਂਗੇ। ਜਦੋਂ ਅਸੀਂ ਜਾਵਾਂਗੇ, ਟੱਬਰ ਦਾ ਕੋਈ ਹੋਰ ਜੀ ਇੱਥੇ ਆ ਜਾਊਗਾ, ਤੇ ਜਿੰਨੀ ਦੇਰ ਉਹ ਜੀ ਕੰਮ ਕਰਦੇ ਉਨੀ ਦੇਰ ਤੱਕ ਅਸੀਂ ਇੱਥੇ ਬੈਠੇ ਹਾਂ। ਹੁਣ ਜੇਕਰ ਪਹਿਲੀ ਵੱਡੀ ਖਬਰ ਦੇ ਵੱਲ ਜਾਂਦੇ ਹਾਂ ਤਾਂ ਬੀਜੇਪੀ ਨੂੰ ਪਈ ਹੋਈ ਮੁਸੀਬਤ ਦੇ ਨਾਲ ਜੁੜੀ ਹੋਈ ਹੈ। ਹਰਿਆਣੇ ਦੇ ਵਿੱਚ ਮਨੋਹਰ ਲਾਲ ਖੱਟੜ ਦੀ ਸਰਕਾਰ ਅੰਦਰੋਂ ਕੰਬੀ ਬੈਠੀ ਹੈ। ਉਹਦਾ ਕਾਰਨ ਇਹ ਹੈ ਵੀ ਉੱਥੇ ਹੈਗੀ ਹੈ ਗੱਠਜੋੜ ਦੀ ਸਰਕਾਰ। ਜਨ ਨਾਇਕ ਜਨਤਾ ਪਾਰਟੀ ਤੇ ਬੀਜੇਪੀ ਦਾ ਗੱਠਜੋੜ ਹੈ। 10 ਸੀਟਾਂ ਜਿਹੜੀਆਂ ਉਹ ਜਨ ਨਾਇਕ ਜਨਤਾ ਪਾਰਟੀ ਦੇ ਕਰਕੇ ਹੀ ਖੱਟੜ ਹੋਰੀ ਮੁੱਖ ਮੰਤਰੀ ਬਣਨ ਦੇ ਵਿੱਚ ਕਾਮਯਾਬ ਹੋਏ ਆ। ਦੁਸ਼ਯੰਤ ਚੌਟਾਲਾ ਜਿਹੜੇ ਉਹ ਉੱਥੋਂ ਦੇ ਉਪ ਮੁੱਖ ਮੰਤਰੀ ਆ। ਪਰ ਪਿਛਲੇ ਕਈ ਮਹੀਨਿਆਂ ਤੋਂ ਲਗਾਤਾਰ ਦੁਸ਼ਯੰਤ ਚੌਟਾਲਾ ਦੇ ਉੱਤੇ ਇਸ ਗੱਲ ਦਾ ਦਬਾਅ ਬਣ ਰਿਹਾ ਕਿ ਤੁਸੀਂ ਸਮਰਥਨ ਛੱਡੋ, ਤੁਸੀਂ ਸਮਰਥਨ ਦੇ ਵਿੱਚੋਂ ਬਾਹਰ ਆਓ। ਪਰ ਹਾਲ ਦੀ ਘੜੀ ਉਹਨਾਂ ਨੇ ਫੈਸਲਾ ਕੋਈ ਨਹੀਂ ਲਿਆ। ਪਰ ਹੈ ਗੱਲ ਕਿਸਾਨ ਅੰਦੋਲਨ ਦੀ, ਗੱਲ ਮੁੱਕਦੀ ਜਾ ਕੇ ਲਵ ਜਿਹਾਦ ਦੇ ਉੱਤੇ, ਕਿਉਂਕਿ ਪਿਛਲੇ ਦਿਨੀ ਅਨਿਲ ਵਿੱਚ ਜਿਹੜੇ ਕਿ ਉੱਥੋਂ ਦੇ ਕੈਬਨਿਟ ਮੰਤਰੀ ਹਰਿਆਣੇ ਦੇ, ਉਹਨਾਂ ਨੇ ਕਿਹਾ ਸੀ ਕਿ ਸੂਬੇ ਦੇ ਵਿੱਚ ਅਸੀਂ ਇੱਥੇ ਲਵ ਜਿਹਾਦ ਦਾ ਕਾਨੂੰਨ ਆ ਜਿਹੜਾ ਉਹ ਪਾਸ ਕਰਨਾ। ਇਸ ਗੱਲ ਦੇ ਉੱਤੇ ਦੁਸ਼ਯੰਤ ਚੌਟਾਲਾ ਨੇ ਇਹ ਗੱਲ ਕਹਿ ਦਿੱਤੀ ਹੈ ਵੀ ਅਸੀਂ ਕਿਸੇ ਵੀ ਧਰਮ ਦੇ ਮਾਮਲੇ ਦੇ ਵਿੱਚ ਕੋਈ ਸਹਿਮਤੀ ਨਹੀਂ ਪ੍ਰਗਟਾਉਂਦੇ ਤੁਹਾਡੇ ਨਾਲ, ਅਸੀਂ ਸਭਨਾਂ ਧਰਮਾਂ ਦਾ ਸਤਿਕਾਰ ਕਰਦੇ ਹਾਂ। ਤੁਸੀਂ ਜੇਕਰ ਕੋਈ ਇਹੋ ਜਿਹਾ ਕਾਨੂੰਨ ਪਾਸ ਕਰਨਾ ਚਾਹੋਗੇ ਤਾਂ ਅਸੀਂ ਤੁਹਾਡੇ ਨਾਲ ਬਿਲਕੁਲ ਵੀ ਨਹੀਂ ਹਾਂ। ਉਹਨਾਂ ਨੇ ਪੱਕੀ ਲਕੀਰ ਖਿੱਚ ਦਿੱਤੀ ਹੈ ਵੀ ਜੇਕਰ ਤੁਸੀਂ ਲਵ ਜਿਹਾਦ ਵਰਗੀਆਂ ਗੱਲਾਂ ਕਰਨੀਆਂ, ਅਸੀਂ ਤੁਹਾਡੇ ਨਾਲ ਪੂਰਾ ਸਹਿਮਤ ਨਹੀਂ ਹਾਂ। ਭਾਵੇਂ ਸਰਕਾਰ ਬਚਦੀ ਹੈ ਤੇ ਭਾਵੇਂ ਸਰਕਾਰ ਨਹੀਂ ਬਚਦੀ, ਸਾਡੇ ਰਾਹ ਵੱਖਰੇ, ਤੁਹਾਡੇ ਰਾਹ ਵੱਖਰੇ। ਵੈਸੇ ਵੀ ਆਪਾਂ ਜਾਣਦੇ ਹਾਂ ਵੀ ਪਿਛਲੇ ਕਾਫੀ ਹਫ਼ਤਿਆਂ ਤੋਂ ਲਗਾਤਾਰ ਚੌਟਾਲਾ ਦਾ, ਲਗਾਤਾਰ ਖੱਟੜ ਦਾ ਵਿਰੋਧ ਹੋ ਰਿਹਾ। ਹੁਣ ਖੱਟੜ ਹੋਰਾਂ ਨੂੰ ਆਨੀ ਬਹਾਨੀ ਕਈ ਹੋਰ ਤਰੀਕੇ ਨਾਲ ਘੇਰਾ ਵੀ ਪੈ ਰਿਹਾ। ਮੁੱਦਾ ਇੱਕੋ ਹੀ ਹੈ, ਵਿਸ਼ਾ ਇੱਕੋ ਹੀ ਹੈ, ਕਿਸਾਨ ਅੰਦੋਲਨ। ਪਰ ਉਹਦੇ ਕਰਕੇ ਹੁਣ ਕਈ ਨਵੀਆਂ ਗੱਲਾਂ ਨਾਲ ਜੁੜ ਰਹੀਆਂ। ਇੱਕ ਹੋਰ ਕਮਾਲ ਦੀ ਗੱਲ ਇਹ ਹੈ ਬਈ ਹੁਣ ਪੰਚਾਇਤੀ ਚੋਣਾਂ ਨਹੀਂ ਹੋਣਗੀਆਂ ਹਰਿਆਣੇ ਦੇ ਵਿੱਚ। ਹਰਿਆਣੇ ਦੇ ਵਿੱਚ ਪੰਚਾਇਤੀ ਚੋਣਾਂ ਦੀ ਸਮਾਂ ਸੀਮਾ ਨਿਕਲ ਚੁੱਕੀ ਹੈ। ਟਰਮਾਂ ਜਿਹੜੀ ਉਹ ਖਤਮ ਹੋ ਚੁੱਕੀ ਹੈ, ਉਹ ਤਰੀਕ ਨਿਕਲ ਚੁੱਕੀ ਹੈ। ਪੰਚਾਇਤੀ ਉੱਥੇ ਨਹੀਂ ਹੁਣ ਸਿਸਟਮ, ਕਿਉਂਕਿ ਪੰਚਾਇਤਾਂ ਹੁਣ ਭੰਗ ਹੋ ਚੁੱਕੀਆਂ। ਪਰ ਇਸ ਦੇ ਬਾਵਜੂਦ ਖੱਟੜ ਹੋਰਾਂ ਦਾ ਇੱਕ ਕਮਾਲ ਦਾ ਬਿਆਨ ਆਇਆ। ਉਹ ਕਹਿੰਦੇ ਮਾਹੌਲ ਇਸ ਵਕਤ ਚੋਣਾਂ ਦੇ ਲਈ ਸਾਜ਼ਗਾਰ ਨਹੀਂ ਆ। ਉਹ ਕਹਿੰਦੇ ਜਿੰਨੀ ਦੇਰ ਤੱਕ ਕਿਸਾਨ ਅੰਦੋਲਨ ਸਮਾਪਤ ਨਹੀਂ ਹੁੰਦਾ, ਜਿੰਨੀ ਦੇਰ ਤੱਕ ਪੂਰਾ ਟਿਕਟਕਾ ਨਹੀਂ ਹੁੰਦਾ, ਉਨੀ ਦੇਰ ਤੱਕ ਹਰਿਆਣੇ ਦੇ ਵਿੱਚ ਪੰਚਾਇਤੀ ਚੋਣਾਂ ਨਹੀਂ ਹੋਣਗੀਆਂ। ਮਤਲਬ ਕਹਿਣ ਦਾ ਇਹ ਆ, ਦਿੱਲੀ ਦੇ ਵਿੱਚ ਜ਼ਿਮਨੀ ਚੋਣਾਂ ਹੋਈਆਂ ਨਗਰ ਨਿਗਮ ਦੀਆਂ, ਉੱਥੇ ਬੀਜੇਪੀ ਨੂੰ ਮਿਲਿਆ ਕੱਖ ਨਹੀਂ। ਹਰਿਆਣੇ ਦੇ ਵਿੱਚ ਪਿੱਛੇ ਜੇ ਚੋਣਾਂ ਹੋਈਆਂ ਉਹਦੇ ਵਿੱਚ ਵੱਡਾ ਝਟਕਾ ਲੱਗਾ। ਪੰਜਾਬ ਦੇ ਵਿੱਚ ਬੀਜੇਪੀ ਦੇ ਪੱਲੇ ਕੱਖ ਨਹੀਂ ਪਿਆ। ਇਸ ਵਕਤ 5 ਸੂਬਿਆਂ ਦੀਆਂ ਚੋਣਾਂ ਦੇ ਵਿੱਚ ਵੱਡੀ ਚੁਣੌਤੀ ਦਾ ਸਾਹਮਣਾ ਕਰਨਾ ਪੈ ਰਿਹਾ। ਇਸੇ ਕਰਕੇ ਖੱਟੜ ਹੋਰੀ ਅੰਦਰੋਂ ਠਠੰਬਰ ਜੇ ਗਏ ਆ। ਖੱਟੜ ਹੋਰਾਂ ਦਾ ਇਹ ਮੰਨਣਾ ਵੀ ਜੇਕਰ ਹੁਣ ਚੋਣਾਂ ਕਰਵਾਈਆਂ ਤਾਂ ਉਸ ਤੋਂ ਬਾਅਦ ਜਿੰਨਾ ਵਿਰੋਧ ਕਿਸਾਨਾਂ ਦੇ ਵੱਲੋਂ ਹਰਿਆਣੇ ਦੇ ਵਿੱਚ ਕੀਤਾ ਜਾ ਰਿਹਾ ਤੇ ਸਾਡੇ ਪਿੰਡ ਪੱਲੇ ਕੱਖ ਨਹੀਂ ਪੈਣਾ। ਇਸ ਕਰਕੇ ਅਸੀਂ ਇਹ ਪ੍ਰਭਾਵ ਨਾ ਸਿਰਜਣ ਦੇਗੇ ਕਿ ਬੀਜੇਪੀ ਨੂੰ ਖਤਰਾ ਪੈਦਾ ਹੋ ਗਿਆ, ਬੀਜੇਪੀ ਦੇ ਪਿੰਡ ਪੱਲੇ ਕੁਝ ਨਹੀਂ ਗਾ। ਇਸ ਕਰਕੇ ਅਸੀਂ ਰੁਕ ਕੇ ਚੋਣਾਂ ਕਰਵਾਵਾਂਗੇ। ਉਹਨਾਂ ਨੇ ਕਿਹਾ ਵੀ ਜਦੋਂ ਸਾਰਾ ਕੁਝ ਟਿਕਟਕਾ ਹੋ ਗਿਆ, ਉਸ ਤੋਂ ਬਾਅਦ ਇੱਥੇ ਪੰਚਾਇਤੀ ਚੋਣਾਂ ਹੋਣਗੀਆਂ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਸਾਂਝਾ ਕਰਦੇ ਹਾਂ, ਬਾਅਦ ਵਿੱਚ ਕਰਾਂਗੇ ਟਿੱਪਣੀ।
ਹਰਿਆਣਾ ਸਰਕਾਰ ਉਦੋਂ ਤੱਕ ਪੰਚਾਇਤੀ ਚੋਣਾਂ ਨਹੀਂ ਕਰਵਾਵੇਗੀ ਜਦੋਂ ਤੱਕ ਕਿਸਾਨ ਅੰਦੋਲਨ ਜਾਰੀ ਰਹੇਗਾ। ਅੰਦੋਲਨ ਕਰਕੇ ਪੈਦਾ ਹੋਇਆ ਮਾਹੌਲ ਠੀਕ ਹੋਣ ਤੋਂ ਬਾਅਦ ਹੀ ਚੋਣਾਂ ਕਰਾਉਣ ਦਾ ਫੈਸਲਾ ਕੀਤਾ ਜਾਵੇਗਾ। ਇਹ ਗੱਲ ਖੁਦ ਹਰਿਆਣੇ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕੀਤੀ ਹੈ। ਉਹਨਾਂ ਨੇ ਕਿਹਾ ਕਿ ਪੰਚਾਇਤੀ ਚੋਣਾਂ ਵਾਸਤੇ ਹਾਲੇ ਸੁਖਾਵਾਂ ਮਾਹੌਲ ਨਹੀਂ ਹੈ। ਦਬਾਅ ਪਾਏ ਜਾਣ ਕਰਕੇ ਜਮਹੂਰੀ ਕਦਰਾਂ ਕੀਮਤਾਂ ਦੀ ਉਲੰਘਣਾ ਹੁੰਦੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪੰਚਾਇਤਾਂ ਦਾ ਕਾਰਜਕਾਲ 23 ਫਰਵਰੀ ਨੂੰ ਖਤਮ ਹੋ ਚੁੱਕਿਆ। ਪੰਚਾਇਤਾਂ ਦੇ ਵਿੱਚ ਪ੍ਰਸ਼ਾਸਕ ਲਾਏ ਜਾ ਚੁੱਕੇ ਨੇ। ਵਿਕਾਸ ਕੰਮਾਂ ਦੇ ਵਿੱਚ ਕੋਈ ਔਕੜ ਨਹੀਂ ਆਉਣ ਦਿੱਤੀ ਜਾਵੇਗੀ। ਸਰਕਾਰ ਚੋਣਾਂ ਵਾਸਤੇ ਤਿਆਰ ਹੈ ਤੇ ਨਵੀਆਂ ਪੰਚਾਇਤਾਂ ਦਾ ਗਠਨ ਵੀ ਕੀਤਾ ਜਾ ਚੁੱਕਿਆ। ਮੁੱਖ ਮੰਤਰੀ ਖੱਟੜ ਨੇ ਕਿਹਾ ਕਿ ਵਿਰੋਧੀ ਧਿਰ ਹੁਣ ਕਿਸਾਨਾਂ ਦੇ ਨਾਂ ਦੇ ਉੱਤੇ ਸਿਆਸਤ ਨਾ ਚਮਕਾਵੇ। ਕਿਸਾਨ ਵੀ ਸਿਆਸੀ ਪਾਰਟੀਆਂ ਦੇ ਪਿੱਛੇ ਲੱਗ ਕੇ ਅੰਦੋਲਨ ਨਾ ਕਰਨ। ਕੇਂਦਰ ਸਰਕਾਰ ਕਿਸਾਨਾਂ ਦਾ ਹਿੱਤ ਚਾਹੁੰਦੀ ਹੈ, ਉਹਨਾਂ ਦੀ ਆਮਦਨ ਨੂੰ ਦੁੱਗਣਾ ਕਰਨ ਦੇ ਵਿੱਚ ਲੱਗੀ ਹੈ। ਖੱਟੜ ਨੇ ਕਿਹਾ ਕਿ ਸੜਕਾਂ ਦੇ ਉੱਤੇ ਧਰਨਾ ਪ੍ਰਦਰਸ਼ਨ ਕਰਨਾ ਉਚਿਤ ਨਹੀਂ ਹੈ। ਇੱਦਾਂ ਜਨਤਾ ਨੂੰ ਪਰੇਸ਼ਾਨੀ ਨਹੀਂ ਹੋਣੀ ਚਾਹੀਦੀ। ਮੌਜੂਦਾ ਅੰਦੋਲਨ ਕਰਕੇ ਜਨਤਾ ਦੇ ਅਧਿਕਾਰਾਂ ਦੀ ਉਲੰਘਣਾ ਹੋ ਰਹੀ ਹੈ। ਅਜਿਹੇ ਫਰਮਾਨ ਨਹੀਂ ਜਾਰੀ ਕਰਨੇ ਚਾਹੀਦੇ ਜਿਹਦੇ ਨਾਲ ਕਿਸਾਨੀ ਦਾ ਨੁਕਸਾਨ ਹੋਵੇ। ਫਸਲਾਂ ਦਾ ਉਜਾੜਾ ਕਰਨਾ ਤੇ ਦੁੱਧ ਦੀ ਕੀਮਤ 100 ਰੁਪਏ ਕਰਨਾ ਗੈਰ ਵਾਜਬ ਹੈ। ਉਹਨਾਂ ਨੇ ਕਿਹਾ ਕਿ ਕਿਸਾਨਾਂ ਦੀ ਫਸਲ ਚੰਗੀ ਹੋਵੇਗੀ ਤਾਂ ਕਿਸਾਨ ਨੂੰ ਹੀ ਫਾਇਦਾ ਹੋਵੇਗਾ ਤੇ ਖਪਤਕਾਰ ਨੂੰ ਵਧੀਆ ਤੇ ਉਚਿਤ ਕੀਮਤ ਦੇ ਉੱਤੇ ਅਨਾਜ ਮਿਲੇਗਾ। ਦੁੱਧ ਜਿਸ ਕੀਮਤ ਦੇ ਉੱਤੇ ਵੇਚਣਾ ਚਾਹੋ ਉਹਨੂੰ ਵੇਚੋ, ਪਰ ਉਹਨੂੰ ਵਿਅਰਥ ਬਿਲਕੁਲ ਨਾ ਗਵਾਓ। ਇਸ ਖਬਰ ਦੇ ਉੱਤੇ ਟਿੱਪਣੀ ਕਰਦਿਆਂ ਦੋਸਤੋ ਪਹਿਲੀ ਗੱਲ ਤਾਂ ਅਸੀਂ ਕਹਾਂਗੇ ਕਿ ਹਰਿਆਣੇ ਦੇ ਮੁੱਖ ਮੰਤਰੀ ਖੱਟੜ ਦੇ ਵੱਲੋਂ ਇੱਕ ਵਾਰ ਨਹੀਂ ਬਹੁਤ ਵਾਰ ਇਹ ਗੱਲ ਕਹੀ ਗਈ ਹੈ। ਇਸ ਤੋਂ ਪਹਿਲਾਂ ਕਈ ਮਹੀਨੇ ਪਹਿਲਾਂ ਤੋਂ ਇਹ ਗੱਲਾਂ ਕਹਿਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਸੀ ਕਿ ਇਹ ਅੰਦੋਲਨ ਪੰਜਾਬ ਦੇ ਕਿਸਾਨਾਂ ਦਾ, ਇਹਦੇ ਵਿੱਚ ਹਰਿਆਣੇ ਦੇ ਕਿਸਾਨਾਂ ਦੀ ਬਹੁਤ ਛੋਟੀ ਭੂਮਿਕਾ। ਕੁਝ ਕੁ ਕਿਸਾਨ ਆ ਹਰਿਆਣੇ ਦੇ ਜਿਹੜੇ ਕਿ ਗੁੰਮਰਾਹ ਹੋਏ ਆ, ਉਹ ਵੀ ਸਿਆਸੀ ਪਾਰਟੀਆਂ ਵੱਲੋਂ ਗੁੰਮਰਾਹ ਕੀਤੇ ਗਏ ਆ। ਤੇ ਪੰਜਾਬ ਦੇ ਵਿੱਚ ਕਿਉਂਕਿ ਕੈਪਟਨ ਦੀ ਸਰਕਾਰ ਆ, ਕਾਂਗਰਸ ਦੀ ਸਰਕਾਰ ਆ, ਇਸ ਕਰਕੇ ਕਾਂਗਰਸ ਦੇ ਵੱਲੋਂ ਕਿਸਾਨੀ ਦੇ ਮੋਢੇ ਦੇ ਉੱਤੇ ਬੰਦੂਕ ਰੱਖ ਕੇ ਆਪਦੇ ਨਿਸ਼ਾਨੇ ਲਾਏ ਜਾ ਰਹੇ ਆ। ਪਰ ਉਸ ਤੋਂ ਬਾਅਦ ਜਦੋਂ ਹਰਿਆਣੇ ਦੇ ਮੁੱਖ ਮੰਤਰੀ ਦਾ ਹੈਲੀਕਾਪਟਰ ਨਹੀਂ ਉਤਰਨ ਦਿੱਤਾ, ਉਹਨਾਂ ਨੂੰ ਸ਼ਾਇਦ ਉਸ ਵੇਲੇ ਪਤਾ ਲੱਗਾ ਵੀ ਨਹੀਂ, ਇਹ ਇਕੱਲੇ ਪੰਜਾਬ ਦੀ ਗੱਲ ਨਹੀਂ, ਇਹ ਹਰਿਆਣੇ ਦੀ ਵੀ ਬਰਾਬਰ ਦੀ ਗੱਲ ਹੈ। ਉਸ ਤੋਂ ਬਾਅਦ ਦੁਸ਼ਯੰਤ ਚੌਟਾਲਾ ਜਿਹੜੇ ਕਿ ਉੱਥੋਂ ਦੇ ਉਪ ਮੁੱਖ ਮੰਤਰੀ ਆ, ਉਹਨਾਂ ਦੇ ਵੀ ਹੈਲੀਕਾਪਟਰ ਨੂੰ ਨਹੀਂ ਉਤਰਨ ਦਿੱਤਾ। ਫਿਰ ਉਹਨਾਂ ਨੂੰ ਵੀ ਇਲਮ ਹੋਇਆ ਵੀ ਗੱਲ ਇਕੱਲੇ ਖੱਟੜ ਦੇ ਵਿਰੋਧ ਦੀ ਨਹੀਂ, ਗੱਲ ਮੇਰਾ ਵੀ ਬਰਾਬਰ ਦਾ ਵਿਰੋਧ ਹੋ ਰਿਹਾ। ਜਨ ਨਾਇਕ ਜਨਤਾ ਪਾਰਟੀ ਹੈ ਜਿਹੜੀ, ਉਹ ਵੀ ਬਰਾਬਰ ਦੀ ਭਾਗੀਵਾਲ ਆ। ਸੋ ਉਸ ਤੋਂ ਬਾਅਦ ਹਰਿਆਣੇ ਦੇ ਵਿੱਚ ਜਿਸ ਤਰੀਕੇ ਦਾ ਸਿਆਸੀ ਸਮੀਕਰਨ ਬਦਲਿਆ, ਜਿਵੇਂ ਖਾਪ ਪੰਚਾਇਤਾਂ ਦੀ ਜਿਹੜੀ ਵੱਡੀ ਗਿਣਤੀ ਇੱਕ ਮੰਚ ਦੇ ਉੱਤੇ ਇਕੱਠੀ ਹੋਈ, ਜਿਸ ਤਰੀਕੇ ਦੇ ਨਾਲ ਉੱਥੇ ਮਹਾਂ ਪੰਚਾਇਤਾਂ ਹੋਈਆਂ, ਜਿਵੇਂ ਕਿਸਾਨਾਂ ਦੇ ਵੱਲੋਂ ਲਗਾਤਾਰ ਵੱਖ-ਵੱਖ ਥਾਵਾਂ ਦੇ ਉੱਤੇ ਵਿਰੋਧ ਕੀਤਾ ਜਾ ਰਿਹਾ, ਜਿਸ ਤਰੀਕੇ ਦੇ ਨਾਲ 3 ਦਿਨ ਪਹਿਲਾਂ ਜੀਂਦ ਦੇ ਇੱਕ ਪਿੰਡ ਦੇ ਵਿੱਚ ਭੰਡਾਰਾ ਕਰਵਾਇਆ ਗਿਆ ਸੀ, ਉੱਥੇ ਬੀਜੇਪੀ ਦਾ ਇੱਕ ਵਿਧਾਇਕ ਪਹੁੰਚਿਆ, ਉੱਥੇ ਗਹਿ ਗੱਚ ਮੁਕਾਬਲਾ ਹੋਇਆ ਸਮਰਥਕਾਂ ਦੇ ਵਿੱਚ ਤੇ ਕਿਸਾਨਾਂ ਦੇ ਵਿੱਚ। ਉੱਥੇ ਗੋਲੀਆਂ ਵੀ ਚੱਲੀਆਂ, 7-8 ਜਾਣੇ ਜ਼ਖਮੀ ਵੀ ਹੋਏ ਆ। ਇਹਨਾਂ ਸਾਰੀਆਂ ਗੱਲਾਂ ਨੇ ਖੱਟੜ ਨੂੰ ਸੋਚਣ ਵਾਸਤੇ ਮਜਬੂਰ ਕੀਤਾ ਕਿ ਹਾਲ ਦੀ ਘੜੀ ਇੱਥੇ ਚੋਣਾਂ ਨਹੀਂ ਕਰਵਾਉਣੀਆਂ ਚਾਹੀਦੀਆਂ। ਇਹਨਾਂ ਸਾਰੀਆਂ ਗੱਲਾਂ ਨੇ ਖੱਟੜ ਹੋਰਾਂ ਨੂੰ ਸੋਚਣ ਵਾਸਤੇ ਮਜਬੂਰ ਕੀਤਾ ਵੀ ਜੇਕਰ ਕਿਸਾਨ ਐਤਕੀ ਪੰਚਾਇਤੀ ਚੋਣਾਂ ਦੇ ਵਿੱਚ ਵੀ ਸਾਡੀਆਂ ਜੜ੍ਹਾਂ 'ਚ ਬੈਠ ਗਏ ਤਾਂ ਉਸ ਤੋਂ ਬਾਅਦ ਅਸੀਂ ਕੀ ਕਵਾਂਗੇ ਤੇ ਕੀ ਨਾ ਕਵਾਂਗੇ। ਇਸ ਕਰਕੇ ਮਨੋਹਰ ਲਾਲ ਖੱਟੜ ਹੋਰਾਂ ਦੇ ਵੱਲੋਂ ਗੱਲ ਕਹੀ ਗਈ ਹੈ ਕਿ ਵਿਕਾਸ ਦੇ ਕੰਮਾਂ ਦੇ ਵਿੱਚ ਅਸੀਂ ਕੋਈ ਡਿੱਕਾ ਨਹੀਂ ਪੈਣ ਦਿੰਦੇ ਤੇ ਉੱਦਾਂ ਅਸੀਂ ਚੋਣਾਂ ਨਹੀਂ ਹਾਲੇ ਕਰਵਾਉਣੀਆਂ। ਉਹਨਾਂ ਨੂੰ ਖੁਦ ਨੂੰ ਨਹੀਂ ਪਤਾ ਵੀ ਕੇਂਦਰ ਦੀ ਸਰਕਾਰ ਨੇ ਕਦੋਂ ਮੰਨਣਾ। ਇਸੇ ਕਰਕੇ ਉਹ ਕਹਿੰਦੇ ਵੀ ਜਿੰਨੀ ਦੇਰ ਤੱਕ ਕਿਸਾਨ ਅੰਦੋਲਨ ਚੱਲਦਾ ਉਨੀ ਦੇਰ ਤੱਕ ਪੰਚਾਇਤੀ ਚੋਣਾਂ ਇੱਥੇ ਬਿਲਕੁਲ ਨਹੀਂ ਹੋਣਗੀਆਂ। ਸੋ ਗੱਲ ਅਸਲ ਦੇ ਵਿੱਚ ਇਹ ਹੈ ਕਿ ਜੋ ਇਸ ਵਕਤ ਭਾਜਪਾ ਦੇ ਵਿੱਚ ਹੋ ਵਾਪਰ ਰਿਹਾ, ਉਹਨੇ ਬਹੁਤ ਕੁਝ ਬਦਲਣਾ ਆਉਂਦੇ ਸਮੇਂ ਦੇ ਵਿੱਚ ਜੇਕਰ ਬੀਜੇਪੀ ਦੇ ਸੀਨੀਅਰ ਆਗੂ ਮੰਨਣ ਜਾਂ ਇਸ ਗੱਲ ਨੂੰ ਸਮਝਣ ਤਾਂ। ਹੁਣ ਜਦੋਂ ਪੱਛਮੀ ਬੰਗਾਲ ਦੇ ਵਿੱਚ ਵੀ ਕਿਸਾਨ ਪਹੁੰਚ ਚੁੱਕੇ ਆ, ਉੱਥੇ ਵੀ ਵੱਡੇ ਪੱਧਰ ਦੇ ਉੱਤੇ ਪ੍ਰਦਰਸ਼ਨ ਕਰਨੇ ਸ਼ੁਰੂ ਕਰ ਦਿੱਤੇ ਗਏ ਆ। ਬੀਜੇਪੀ ਨੂੰ ਇਸ ਵਕਤ ਇਸ ਗੱਲ ਦਾ ਵੀ ਡਰ ਹੈ ਵੀ ਕਿਤੇ ਇਹ ਨਾ ਹੋਵੇ ਕਿ ਪੱਛਮੀ ਬੰਗਾਲ ਦੇ ਵਿੱਚ ਸਾਨੂੰ ਧੋਬੀ ਪਟਕਾ ਲੱਗ ਜੇ। ਬਹੁਤ ਸਾਰੇ ਸਾਡੇ ਪੱਤਰਕਾਰਾਂ ਦੇ ਨਾਲ ਗੱਲ ਹੋਈ ਆ ਜਿਹੜੇ ਕਿ ਪੱਛਮੀ ਬੰਗਾਲ ਦੇ ਵਿੱਚ ਕਵਰੇਜ ਕਰਨ ਗਏ ਆ। ਉਹਨਾਂ ਨੇ ਕਿਹਾ ਕਿ ਹੌਲੀ-ਹੌਲੀ ਇੱਥੇ ਬੀਜੇਪੀ ਦਾ ਵਿਰੋਧ ਆ ਜਿਹੜਾ ਉਹ ਲਗਾਤਾਰ ਅੱਗੇ ਤੋਂ ਅੱਗੇ ਵਧ ਰਿਹਾ, ਕਿਉਂਕਿ ਜਿਵੇਂ ਪੰਜਾਬ ਦੇ, ਹਰਿਆਣੇ ਦੇ, ਯੂਪੀ ਦੇ ਕਿਸਾਨ ਇੱਥੇ ਆ ਕੇ ਜਾਗ ਲਾ ਰਹੇ ਆ ਵੀ ਸਾਡੇ ਨਾਲ 26 ਤਰੀਕ ਨੂੰ ਕਿਵੇਂ ਧੱਕਾ ਹੋਇਆ, ਕੇਂਦਰ ਦੀ ਸਰਕਾਰ ਕਿਵੇਂ ਮਹਿੰਗਾਈ ਕਰ ਰਹੀ ਆ। ਉਸ ਤੋਂ ਬਾਅਦ ਪੱਛਮੀ ਬੰਗਾਲ ਦੇ ਲੋਕ ਵੀ ਆ ਜਿਹੜੇ ਉਹ ਇੱਕ ਮੰਚ ਦੇ ਉੱਤੇ ਆਉਣੇ ਸ਼ੁਰੂ ਹੋਏ ਆ। ਜਿਸ ਤਰੀਕੇ ਨਾਲ ਯੂਪੀ ਦੇ ਵਿੱਚ ਆਉਂਦੇ ਸਮੇਂ ਦੇ ਵਿੱਚ ਪੰਚਾਇਤੀ ਚੋਣਾਂ ਹੋਣੀਆਂ, ਉੱਥੇ ਵੀ ਇਸ ਗੱਲ ਦਾ ਡਰ ਪਸਰਿਆ ਹੋਇਆ ਯੋਗੀ ਸਰਕਾਰ ਨੂੰ ਵੀ ਕਿਤੇ ਇਹ ਨਾ ਹੋਵੇ ਕਿਸਾਨ ਇੱਥੇ ਸਾਡੀਆਂ ਜੜ੍ਹਾਂ ਦੇ ਵਿੱਚ ਬੈਠ ਜਾਣ। ਸੋ ਜਿਹੜੀ ਕੇਂਦਰ ਦੀ ਸਰਕਾਰ ਇਹ ਗੱਲ ਕਹਿੰਦੀ ਰਹੀ ਆ ਕਿ ਇਹ ਤਾਂ ਕੁਝ ਕੁ ਕਿਸਾਨ ਹਨ, ਇਹ ਤਾਂ ਕਿਸਾਨ ਗੁੰਮਰਾਹ ਕੀਤੇ ਹਨ, ਇਹ ਤਾਂ ਕਿਸਾਨ ਪੁਚਲਾਵੇ ਦੇ ਵਿੱਚ ਆਏ ਹਨ, ਇਹਨਾਂ ਕਿਸਾਨਾਂ ਨੂੰ ਗਲਤ ਟਰੈਕ ਦੇ ਉੱਤੇ ਚਾੜਿਆ ਗਿਆ, ਇਹ ਕੁਝ ਕੁ ਕਿਸਾਨ ਹਨ, ਇਹਨਾਂ ਨਾਲੋਂ ਕਈ ਗੁਣਾ ਵੱਡੀ ਗਿਣਤੀ ਦੇ ਵਿੱਚ ਉਹ ਕਿਸਾਨ ਆ ਜਿਹੜੇ ਕਿ ਖੇਤੀ ਕਾਨੂੰਨਾਂ ਦੇ ਪੱਖ ਦੇ ਵਿੱਚ ਆ। ਅੱਜ ਉਹਨਾਂ ਹੀ ਕਿਸਾਨਾਂ ਦੀ ਏਕਤਾ ਨੇ ਜਿਹੜੇ ਕਿ ਵਿਰੋਧ ਕਰ ਰਹੇ ਆ ਤਿੰਨੇ ਖੇਤੀ ਕਾਨੂੰਨਾਂ ਦਾ। ਉਹਨਾਂ ਨੇ ਕੇਂਦਰ ਦੀ ਸਰਕਾਰ ਦਾ ਇਸ ਵਕਤ ਬੁਰਾ ਹਾਲ ਕੀਤਾ ਪਿਆ ਤੇ ਜੇਕਰ ਇਹ ਗੱਲ ਸੱਚ ਨਾ ਹੁੰਦੀ ਤਾਂ ਖੱਟੜ ਹੋਰਾਂ ਦੇ ਵੱਲੋਂ ਇਹ ਗੱਲ ਬਿਲਕੁਲ ਨਹੀਂ ਸੀ ਕਹੀ ਜਾਣੀ ਕਿ ਹਰਿਆਣੇ ਦੇ ਵਿੱਚ ਹਾਲੇ ਅਸੀਂ ਪੰਚਾਇਤੀ ਚੋਣਾਂ ਨਹੀਂ ਕਰਵਾਉਂਦੇ। ਇਹ ਵੀ ਗੱਲ ਆਪਾਂ ਜਾਣਦੇ ਆ ਵੀ ਆਮ ਤੌਰ ਦੇ ਉੱਤੇ ਸਥਾਨਕ ਸਰਕਾਰਾਂ ਦੀਆਂ ਚੋਣਾਂ
ਪੰਚਾਇਤੀ ਚੋਣਾਂ ਜਿਹੜੇ ਵੀ ਸੂਬੇ ਦੀ ਸਰਕਾਰ ਹੋਵੇ ਉਹਦੀ ਝੋਲੀ ਦੇ ਵਿੱਚ ਪੈ ਜਾਂਦੀਆਂ। ਪਰ ਦੇਖੋ ਡਰ ਕਿੱਦਾਂ ਹੋਊਗਾ, ਇਹ ਸਭ ਕੁਝ ਜਾਣਦਿਆਂ ਵੀ ਖੱਟੜ ਸਰਕਾਰ ਆ ਜਿਹੜੀ ਉੱਥੇ ਚੋਣਾਂ ਕਰਵਾਉਣ ਦੇ ਲਈ ਰਜ਼ਾਮੰਦ ਨਹੀਂ ਆ। ਸੋ ਇਸ ਕਰਕੇ ਖਤਰਾ ਬਹੁਤ ਵੱਡੇ ਪੱਧਰ ਦੇ ਉੱਤੇ ਆ। ਸੋ ਕਿਸਾਨਾਂ ਨੇ ਇਹ ਗੱਲ ਕਹੀ ਹੈ ਵੀ ਅਸੀਂ ਆਉਂਦੇ ਸਮੇਂ ਵਿੱਚ ਇਹ ਅੰਦੋਲਨ ਹੋਰ ਤਿੱਖਾ ਕਰਾਂਗੇ, ਪੂਰੇ ਭਾਰਤ ਦੇ ਵਿੱਚ ਇਹਨੂੰ ਫੈਲਾਵਾਂਗੇ ਤੇ ਫੈਲਾਇਆ ਵੀ ਜਾ ਰਿਹਾ। ਕਿਸਾਨਾਂ ਨੇ ਇਹ ਗੱਲ ਕਹੀ ਅਸੀਂ ਪੁਡੂਚੇਰੀ 'ਚ ਵੀ ਜਾਵਾਂਗੇ, ਅਸੀਂ ਕੇਰਲ 'ਚ ਵੀ ਜਾਵਾਂਗੇ, ਜਿਹੜੇ ਬਾਕੀ ਥਾਵਾਂ ਦੇ ਉੱਤੇ ਇਹ ਸਾਰਾ ਕੁਝ ਹੋ ਰਿਹਾ ਉਹਨਾਂ ਸਾਰੀਆਂ ਥਾਵਾਂ ਦੇ ਉੱਤੇ ਅਸੀਂ ਜਾਵਾਂਗੇ ਜਿੱਥੇ ਚੋਣਾਂ ਲੜੀਆਂ ਜਾ ਰਹੀਆਂ। ਸੋ ਇਸ ਕਰਕੇ ਕਿਸਾਨਾਂ ਦੇ ਵੱਲੋਂ ਚੜ੍ਹਦੀ ਕਲਾ ਦੇ ਵਿੱਚ ਰਹਿ ਕੇ ਮੁਸ਼ਕਲ ਦੇ ਨਾਲ ਮੱਥਾ ਲਾਇਆ ਗਿਆ ਤੇ ਨਤੀਜੇ ਚੰਗੇ ਆਉਣ ਦੀ ਆਸ ਕਰਨੀ ਬਣਦੀ ਹੈ। ਪੰਜਾਬ ਦੇ ਸਿਰ ਕਰਜ਼ੇ ਦੀ ਪੰਡ ਇੰਨੀ ਕੁ ਵੱਡੀ ਹੋ ਚੁੱਕੀ ਹੈ ਵੀ ਹੁਣ ਇਸ ਗੱਲ ਦਾ ਅਨੁਮਾਨ ਲਾਇਆ ਜਾ ਸਕਦਾ ਵੀ ਆਉਂਦੇ ਸਮੇਂ ਦੇ ਵਿੱਚ ਮੂਲ ਤਾਂ ਸ਼ਾਇਦ ਕਦੇ ਲਵੇ ਹੀ ਨਾ। ਇਹ ਉਹ ਵੇਲਾ ਜਦੋਂ ਪੰਜਾਬ ਦੇ ਸਿਰ ਚੜ੍ਹੇ ਹੋਏ ਕਰਜ਼ੇ ਦਾ ਵਿਆਜ ਲਾਉਣ ਦੇ ਲਈ ਨਵਾਂ ਕਰਜ਼ਾ ਚੁੱਕਣਾ ਪੈਂਦਾ। ਇਸ ਹਾਲਾਤ ਦੇ ਵਿੱਚ ਪੰਜਾਬ ਸੂਬਾ ਜਿੱਥੇ ਕਿ ਤਨਖਾਹਾਂ ਦੇਣ ਦੇ ਲਈ ਵੀ ਮੁਲਾਜ਼ਮਾਂ ਨੂੰ ਕਰਜ਼ਾ ਚੁੱਕਣਾ ਪੈਂਦਾ ਤਾਂ ਉੱਥੇ ਕਿਵੇਂ ਮੂਲ ਲੈ ਸਕਦਾ ਇਹਦੇ ਬਾਬਤ ਅੰਦਾਜ਼ਾ ਲਾਉਣਾ ਔਖਾ ਨਹੀਂ ਹੈ। ਵੈਸੇ ਭਾਰਤ ਦੇ ਬਾਕੀ ਵੱਖ-ਵੱਖ ਸੂਬਿਆਂ ਦੇ ਉੱਤੇ ਵੀ ਘੱਟ ਜਾਂ ਵੱਧ ਕਰਜ਼ਾ, ਦੁਨੀਆ ਦੇ ਵੱਖ-ਵੱਖ ਹੋਰ ਦੇਸ਼ਾਂ ਦੇ ਉੱਤੇ ਵੀ ਕਰਜ਼ਾ ਸਮੇਂ-ਸਮੇਂ ਦੇ ਉੱਤੇ ਸੁਣੀਂਦਾ, ਪਰ ਉਹਨਾਂ ਦੇਸ਼ਾਂ ਦੇ ਵਿੱਚ ਵਿਕਾਸ ਦੇ ਕੰਮ ਹੁੰਦੇ ਆ। ਪੰਜਾਬ ਦੇ ਵਿੱਚ ਕਿਸੇ ਵੀ ਪਾਰਟੀ ਦੀ ਸਰਕਾਰ ਹੋਵੇ, ਜਦੋਂ ਉਹਨੂੰ ਇਹ ਗੱਲ ਕਹੀ ਜਾਂਦੀ ਆ ਮੁੱਖ ਮੰਤਰੀ ਨੂੰ ਜਾਂ ਬਾਕੀ ਉਹਨਾਂ ਦੇ ਅਧਿਕਾਰੀਆਂ ਨੂੰ ਜਾਂ ਉਹਨਾਂ ਦੇ ਬਾਕੀ ਮੰਤਰੀਆਂ ਨੂੰ, ਉਹ ਇੱਕੋ ਗੱਲ ਕਹਿੰਦੇ ਵੀ ਦੇਖੋ ਵਿਕਾਸ ਕਰਨਾ ਹੋਵੇ ਨਾ ਤੇ ਕਰਜ਼ਾ ਚੜ੍ਹ ਜਾਂਦਾ ਹੁੰਦਾ। ਵਿਕਾਸ ਦੇ ਲਈ ਹੀ ਕਰਜ਼ਾ ਲਿਆ ਜਾਂਦਾ। ਕੋਈ ਵੀ ਸੂਬਾ ਇਹੋ ਜਿਹਾ ਨਹੀਂ, ਕੋਈ ਵੀ ਦੇਸ਼ ਇਹੋ ਜਿਹਾ ਨਹੀਂ ਜਿਹੜਾ ਕਰਜ਼ੇ ਦੇ ਥੱਲੇ ਨਾ ਹੋਵੇ। ਵਿਕਾਸ ਕਰਨ ਦੇ ਲਈ ਇੱਦਾਂ ਕਰਜ਼ਾ ਚੁੱਕਣਾ ਹੀ ਪੈਂਦਾ। ਪਰ ਉਸ ਤੋਂ ਬਾਅਦ ਇਹ ਸੋਚੀਦਾ ਵੀ ਵਿਕਾਸ ਕਿੱਥੇ ਆ। ਜੇ ਤਾਂ ਵਿਕਾਸ ਦਿਸਦਾ ਹੋਵੇ ਤਾਂ ਫਿਰ ਤਾਂ ਮੰਨੀਏ ਵੀ ਕਰਜ਼ਾ ਤਾਂ ਕਰਕੇ ਚੜ੍ਹਿਆ ਨਾ ਤਾਂ ਬੇਰੁਜ਼ਗਾਰੀ ਆ, ਨਾ ਸੜਕਾਂ ਦੀ ਹਾਲਤ ਮਾੜੀ ਹੈ, ਨਾ ਹਸਪਤਾਲਾਂ ਦੀ ਹਾਲਤ ਮਾੜੀ ਹੈ, ਨਾ ਸਿੱਖਿਆ ਦਾ ਪੱਧਰ ਨੀਵਾਂ, ਨਾ ਹੀ ਕਿਸੇ ਨੂੰ ਕੋਈ ਹੋਰ ਸਮੱਸਿਆ। ਹਰ ਕੋਈ ਠਾਠ ਦੇ ਨਾਲ ਰਹਿੰਦਾ। ਫਿਰ ਅਸੀਂ ਮੰਨਾਂਗੇ ਵੀ ਹਾਂ ਕਰਜ਼ਾ ਇਹਦਾ ਚੜ੍ਹ ਜਾਂਦਾ ਹੁੰਦਾ। ਜਦੋਂ ਹਰ ਪਾਸੇ ਆਪਾਧਾਪੀ ਵੀ ਹੈ, ਜਦੋਂ ਸੜਕ ਕੋਈ ਨਹੀਂ ਚੰਗੀ, ਜਦੋਂ ਬੇਰੁਜ਼ਗਾਰ ਬਹੁਤ ਵੱਡੀ ਗਿਣਤੀ ਦੇ ਵਿੱਚ ਹੈ, ਜਦੋਂ ਬਜ਼ੁਰਗਾਂ ਨੂੰ ਵੇਲੇ ਸਿਰ ਬੁਢਾਪਾ ਪੈਨਸ਼ਨ ਨਾ ਮਿਲਦੀ ਹੋਵੇ, ਜਦੋਂ ਐਲਾਨ ਕੀਤੇ ਗਏ ਜਿਹੜੇ ਵੀ ਚੋਣਾਂ ਦੇ ਮੌਕੇ ਉਹ ਵੇਲੇ ਸਿਰ ਪੂਰੇ ਨਾ ਹੁੰਦੇ ਹੋਣ, ਜਦੋਂ ਗਲੀਆਂ ਨਾਲੀਆਂ ਦੀ ਸਮੱਸਿਆ ਆਜ਼ਾਦੀ ਤੋਂ ਬਾਅਦ ਵਾਲੀ ਅੱਜ ਵੀ ਉਵੇਂ ਹੋਵੇ, ਤਾਂ ਫਿਰ ਇਹ ਗੱਲ ਸੋਚਣ ਦੇ ਲਈ ਮਜਬੂਰ ਹੋਣਾ ਪੈਂਦਾ ਵੀ ਇਹ ਵਿਕਾਸ ਹੋਇਆ ਕਿੱਥੇ ਆ, ਕਰਜ਼ਾ ਚੜ੍ਹਿਆ ਕਾਹਦੇ ਕਰਕੇ ਆ। ਕੈਗ ਦੇ ਵੱਲੋਂ ਰਿਪੋਰਟ ਪੇਸ਼ ਕੀਤੀ ਗਈ ਹੈ ਕਿ 2024-2025 ਦੇ ਵਿੱਤੀ ਵਰ੍ਹੇ ਦੇ ਵਿੱਚ ਪੰਜਾਬ ਦੇ ਸਿਰ ਕਰਜ਼ਾ ਪੌਣੇ 4 ਲੱਖ ਕਰੋੜ ਰੁਪਏ ਦਾ ਹੋ ਜਾਣਾ। ਹੁਣ ਤੱਕ ਅਸੀਂ ਇਹ ਪੜ੍ਹਦੇ ਆਏ ਹਾਂ ਕਿ ਕਰਜ਼ਾ 1.25 ਲੱਖ ਕਰੋੜ ਰੁਪਈਆ ਹੋਇਆ ਪਿਆ। ਫਿਰ ਖਬਰਾਂ ਪੜ੍ਹਦੇ ਰਹੇ ਹਾਂ ਪੌਣੇ 2 ਲੱਖ ਕਰੋੜ ਦੇ ਕਰੀਬ ਹੋ ਗਿਆ। ਫਿਰ ਖਬਰਾਂ ਪੜ੍ਹਨੀਆਂ ਸ਼ੁਰੂ ਕੀਤੀਆਂ ਲਗਭਗ 2.25 ਲੱਖ ਕਰੋੜ ਦਾ ਕਰਜ਼ਾ ਪੰਜਾਬ ਦੇ ਸਿਰ ਹੋ ਗਿਆ। ਪਰ ਇਹ ਆਉਂਦੇ ਕੁਝ ਕੁ ਵਰ੍ਹਿਆਂ ਦੇ ਵਿੱਚ 2024-2025 ਵਰ੍ਹੇ ਤੱਕ ਕਰਜ਼ਾ ਵੱਧ ਕੇ ਪੌਣੇ 4 ਲੱਖ ਕਰੋੜ ਰੁਪਏ ਦਾ ਅੰਦਾਜ਼ਾ ਇਹ ਹੋ ਜਾਣਾ। ਤੇ ਫਿਰ ਆਪਾਂ ਅੰਦਾਜ਼ਾ ਲਾਈਏ ਇਸ ਗੱਲ ਦਾ ਵੀ ਪੰਜਾਬ ਕਰਜ਼ੇ ਦੇ ਵਿੱਚੋਂ ਕਿਵੇਂ ਉੱਭਰ ਸਕੂਗਾ। ਇੱਕ ਹੋਰ ਛੋਟੀ ਜਿਹੀ ਉਦਾਹਰਨ ਹੈ, ਤੁਹਾਡੇ ਸਿਰ ਦੇ ਉੱਤੇ ਮੇਰੇ ਸਿਰ ਦੇ ਉੱਤੇ 10,000 ਰੁਪਏ ਦਾ ਕਰਜ਼ਾ ਹੋਵੇ, ਬੰਦੇ ਨੂੰ ਨੀਂਦ ਨਹੀਂ ਆਉਂਦੀ। ਕਿਸੇ ਦੇ ਸਿਰ 2 ਲੱਖ ਰੁਪਏ ਦਾ ਕਰਜ਼ਾ ਹੋਵੇ, ਉਹ ਬੰਦਾ ਖੁਦਕੁਸ਼ੀ ਕਰਨ ਨੂੰ ਫਿਰਦਾ। ਅਸੀਂ ਕਿਸਾਨ ਵੀਰਾਂ ਨੂੰ ਦੇਖਦੇ ਹੀ ਆ, ਉਹ ਕਿਵੇਂ ਹਿੰਮਤ ਹਾਰ ਜਾਂਦੇ ਆ, ਉਹ ਕਿਵੇਂ ਮਾਯੂਸ ਹੋ ਕੇ ਤੇ ਜ਼ਿੰਦਗੀ ਦੀ ਥਾਂ ਦੇ ਉੱਤੇ ਮੌਤ ਨੂੰ ਲੜ ਲਾ ਲੈਂਦੇ ਆ। ਪਰ ਜਿਹੜੇ ਸੂਬੇ ਦੇ ਉੱਤੇ ਪੌਣੇ 4 ਲੱਖ ਕਰੋੜ ਰੁਪਏ ਦਾ ਕਰਜ਼ਾ ਚੜ੍ਹਨ ਨੂੰ ਫਿਰਦਾ ਹੋਵੇ, ਉਸ ਸੂਬੇ ਦੇ ਮੰਤਰੀ ਸੰਤਰੀ ਕਿਵੇਂ ਫਿਰਦੇ ਆ, ਕਿਵੇਂ ਉਹ ਬੇਫਿਕਰੀ ਨਾਲ ਜਿਉਂਦੇ ਆ, ਕਿਸ ਤਰੀਕੇ ਦੇ ਨਾਲ ਉਹ ਆਪਣੀ ਜ਼ਿੰਦਗੀ ਅੱਗੇ ਤੋਂ ਅੱਗੇ ਵਧਾਉਂਦੇ ਆ, ਕਿਵੇਂ ਰਾਜਨੀਤੀ ਕਰਦੇ ਆ। ਇਹਦੇ ਉੱਤੇ ਹੈਰਾਨੀਜਨਕ ਗੱਲਾਂ ਇਹ ਬਹੁਤ ਵੱਡੇ ਸਵਾਲ ਆ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਸਾਂਝਾ ਕਰਦੇ ਹਾਂ, ਬਾਅਦ ਵਿੱਚ ਕਰਾਂਗੇ ਟਿੱਪਣੀ। ਪੰਜਾਬ ਦਾ ਵਿੱਤੀ ਸੰਕਟ ਹਾਲੇ ਹੋਰ ਵਧੇਰੇ ਹੋ ਸਕਦਾ ਕਿਉਂਕਿ 2024-2025 ਤੱਕ ਸੂਬੇ ਦੇ ਸਿਰ ਚੜ੍ਹਿਆ ਕਰਜ਼ਾ 3.73 ਲੱਖ ਕਰੋੜ ਰੁਪਏ ਦਾ ਹੋ ਜਾਣਾ, ਯਾਨੀ ਕਿ ਲਗਭਗ ਪੌਣੇ 4 ਲੱਖ ਕਰੋੜ ਰੁਪਏ ਦਾ। ਇਹ ਜਾਣਕਾਰੀ ਕੈਗ ਦੇ ਵੱਲੋਂ ਤਾਜ਼ਾ ਰਿਪੋਰਟ ਦੇ ਵਿੱਚ ਦਿੱਤੀ ਗਈ ਹੈ। ਕੈਗ ਨੇ ਸੈਮੀਲੌਗ ਲੀਨੀਅਰ ਰੀਗਰੈਸ਼ਨ ਮਾਡਲ ਦੇ ਆਧਾਰ ਦੇ ਉੱਤੇ ਲਾਏ ਗਏ ਅੰਦਾਜ਼ੇ ਦੇ ਮੁਤਾਬਕ 2024-2025 ਤੱਕ ਪੰਜਾਬ ਦੇ ਸਿਰ ਚੜ੍ਹਿਆ ਕਰਜ਼ਾ 3,73,988 ਕਰੋੜ ਰੁਪਏ ਹੋ ਜਾਣ ਦਾ ਅੰਦਾਜ਼ਾ ਲਾਇਆ, ਜਦਕਿ ਇਹ ਕਰਜ਼ਾ 31 ਮਾਰਚ 2019 ਨੂੰ ਪੰਜਾਬ ਦੇ ਸਿਰ 1,79,130 ਕਰੋੜ ਰੁਪਏ ਦਾ ਸੀ। ਇੰਜ 5 ਸਾਲਾਂ ਦੇ ਵਿੱਚ ਇਹ ਕਰਜ਼ਾ ਦੁੱਗਣਾ ਹੋਣ ਜਾ ਰਿਹਾ। ਪਿਛਲੇ 10 ਸਾਲਾਂ ਦੇ ਵਿੱਚ ਪੰਜਾਬ ਦਾ ਕਰਜ਼ਾ 4 ਗੁਣਾ ਵਧਿਆ। ਸਾਲ 2006-07 ਦੌਰਾਨ ਜਦੋਂ ਸ਼੍ਰੋਮਣੀ ਅਕਾਲੀ ਦਲ ਭਾਜਪਾ ਗੱਠਜੋੜ ਦੀ ਸਰਕਾਰ ਆਈ ਸੀ ਤਦ ਇਹ ਕਰਜ਼ਾ 40,000 ਕਰੋੜ ਰੁਪਏ ਦੇ ਲਗਭਗ ਸੀ। ਸਾਲ 2016-17 ਦੇ ਵਿੱਚ ਜਦੋਂ ਅਕਾਲੀ ਭਾਜਪਾ ਸਰਕਾਰ ਸੱਤਾ ਤੋਂ ਲਾਂਭੇ ਹੋਈ, ਇਹ ਕਰਜ਼ਾ ਵੱਧ ਕੇ 1,53,773 ਕਰੋੜ ਰੁਪਈਆ ਹੋ ਗਿਆ। ਪਿਛਲੇ 4 ਸਾਲ ਤੋਂ ਕਾਂਗਰਸ ਦੀ ਹਕੂਮਤ ਵੀ ਪੰਜਾਬ ਦੀ ਅਰਥ ਵਿਵਸਥਾ ਨੂੰ ਮੁੜ ਲੀਹ ਦੇ ਉੱਤੇ ਨਹੀਂ ਲਿਆ ਸਕੀ। ਇਕੱਲੇ ਸਾਲ 2018-19 ਦੌਰਾਨ ਪੰਜਾਬ ਦੇ ਸਿਰ 25,500 ਕਰੋੜ ਰੁਪਏ ਦਾ ਕਰਜ਼ਾ ਹੋਰ ਚੜ੍ਹਿਆ। ਪਿਛਲੇ ਕੁਝ ਸਾਲਾਂ ਤੋਂ ਸੂਬਾ ਸਰਕਾਰ ਜਿੱਥੇ ਪੁਰਾਣੇ ਕਰਜ਼ੇ ਮੋੜ ਰਹੀ ਹੈ, ਉੱਥੇ 73% ਨਵੇਂ ਕਰਜ਼ੇ ਵੀ ਲੈ ਲੈਂਦੀ ਹੈ। ਹੁਣ ਪੰਜਾਬ ਸਰਕਾਰ ਦੀਆਂ ਇੰਨੀਆਂ ਦੇਣਦਾਰੀਆਂ ਵੱਧ ਗਈਆਂ ਨੇ ਕਿ ਉਸ ਨੂੰ ਨਵੇਂ ਕਰਜ਼ੇ ਵਿੱਚੋਂ ਆਪਣੀ ਵਰਤੋਂ ਦੇ ਲਈ ਸਿਰਫ 10% ਦੀ ਰਕਮ ਹੀ ਮਿਲਦੀ ਹੈ। ਭਵਿੱਖ ਦੇ ਵਿੱਚ ਇਹ ਕਰਜ਼ੇ ਪੰਜਾਬ ਦੀ ਵਿੱਤੀ ਸਥਿਤੀ ਨੂੰ ਹੋਰ ਭੈੜੀ ਕਰਨ ਜਾ ਰਹੇ ਨੇ। ਹੁਣ ਕੈਗ ਦੇ ਵੱਲੋਂ ਇਸ ਮੁੱਦੇ ਨੂੰ ਉਭਾਰਿਆ ਗਿਆ।
ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਹਾਂ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ, ਜਦੋਂ ਪੰਜਾਬ ਦੇ ਸਿਰ ਦੇ ਉੱਤੇ ਕਰਜ਼ੇ ਦੀ ਪੰਡ ਹੋਰ ਭਾਰੀ ਹੋਊਗੀ ਤਾਂ ਉਸ ਤੋਂ ਬਾਅਦ ਤੁਹਾਡੇ ਸਾਡੇ ਉੱਤੇ ਹੀ ਹੋਰ ਬੋਝ ਵਧਣਾ। ਇਹ ਜਾਣਦੇ ਆਪਾਂ ਕਿ ਪਿਛਲੇ 4 ਸਾਲਾਂ ਦੇ ਵਿੱਚ ਜਦੋਂ ਤੋਂ ਕੈਪਟਨ ਸਰਕਾਰ ਆਈ ਹੈ, ਬਿਜਲੀ ਦੀ ਕੀਮਤ ਦੇ ਵਿੱਚ 12-13 ਵਾਰ ਵਾਧਾ ਹੋ ਚੁੱਕਿਆ। ਇਹ ਉਹੀ ਸਰਕਾਰ ਜਿਹਨੇ ਇਸ ਗੱਲ ਦਾ ਵਾਅਦਾ ਕੀਤਾ ਸੀ ਕਿ ਜਿਹੜੇ ਇਸ ਵਕਤ ਨਿੱਜੀ ਕੰਟਰੈਕਟ ਕੀਤੇ ਗਏ ਨਿੱਜੀ ਕੰਪਨੀਆਂ ਦੇ ਨਾਲ ਪਿਛਲੀ ਸਰਕਾਰ ਦੇ ਵੱਲੋਂ, ਇਹਨਾਂ ਦਾ ਰਿਵਿਊ ਕਰਕੇ ਅਸੀਂ ਖਾਰਜ ਕਰ ਦਿਆਂਗੇ, ਰੱਦ ਕਰ ਦਿਆਂਗੇ, ਅਸੀਂ ਬਿਜਲੀ ਦੇ ਭਾਅ ਸਸਤੇ ਕਰਾਂਗੇ। ਪਰ ਪੰਜਾਬ ਦੇ ਵਿੱਚ 12-13 ਵਾਰ ਭਾਅ ਵਧੇ ਆ, ਨਾ ਕਿ ਘਟੇ ਆ, ਤੇ ਇਹ ਹਾਲੇ ਹੋਰ ਵਧਣਗੇ। ਹੋਰ ਦੁੱਖ ਦੀ ਗੱਲ ਇਹ ਹੈ ਵੀ ਕੋਈ ਵੀ ਇੱਕ ਇਹੋ ਜਿਹਾ ਖੇਤਰ ਨਹੀਂ, ਕੋਈ ਵੀ ਇੱਕ ਇਹੋ ਜਿਹਾ ਕੰਮ ਨਹੀਂ ਜਿੱਥੇ ਕਿ ਕੋਈ ਚੀਜ਼ 1 ਪੈਸਾ ਵੀ ਸਸਤੀ ਹੋਈ ਹੋਵੇ। ਕੋਈ ਵੀ ਇਹੋ ਜਿਹਾ ਮੰਤਰੀ, ਕੋਈ ਵੀ ਸੂਬੇ ਦੀ ਸਰਕਾਰ ਦਾ ਇਹੋ ਜਿਹਾ ਅਧਿਕਾਰੀ ਨਹੀਂ ਜਿਹੜਾ ਇਹ ਗੱਲ ਦੱਸ ਸਕਦਾ ਹੋਵੇ ਜੀ ਕਿ ਪਿਛਲੀ ਸਰਕਾਰ ਦੇ ਮੌਕੇ ਆ ਚੀਜ਼ ਮਹਿੰਗੀ ਸੀ, ਦੇਖੋ ਸਾਡੀ ਸਰਕਾਰ ਦੇ ਵਿੱਚ ਇਸ ਚੀਜ਼ ਨੂੰ ਅਸੀਂ ਇੰਨਾ ਸਸਤਾ ਕਰਤਾ। 1 ਪੈਸਾ ਵੀ ਨਹੀਂ ਉਹ ਗਿਣਾ ਸਕਦੇ। ਸੋ ਇਸ ਕਰਕੇ ਪੰਜਾਬ ਦੇ ਲੋਕਾਂ ਦੇ ਉੱਤੇ ਹਾਲੇ ਮਹਿੰਗਾਈ ਨੇ ਹੋਰ ਬੋਝ ਪਾਉਣਾ। ਇਸ ਵਕਤ ਆਪਾਂ ਜਾਣਦੇ ਕਿ ਸੂਬੇ ਦੀ ਸਰਕਾਰ ਇੱਕ ਤਾਂ ਸ਼ਰਾਬ ਦੇ ਠੇਕਿਆਂ ਕਰਕੇ ਬਚੀ ਹੋਈ ਹੈ, ਦੂਜਾ ਪੰਜਾਬ ਦੇ ਵਿੱਚ ਡੀਜ਼ਲ ਤੇ ਪੈਟਰੋਲ ਤੋਂ ਜਿਹੜਾ ਮਾਲੀਆ ਆਉਂਦਾ ਉਹਦੇ ਕਰਕੇ ਮਾੜਾ ਮੋਟਾ ਬਚਾਅ ਹੋਇਆ। ਨਹੀਂ ਤਾਂ ਜਿਹੜੇ ਸੂਬੇ ਦੇ ਵਿੱਚ ਤਨਖਾਹਾਂ ਦੇਣ ਦੇ ਲਈ, ਮੁਲਾਜ਼ਮਾਂ ਨੂੰ ਪੈਨਸ਼ਨਾਂ ਦੇਣ ਦੇ ਲਈ ਨਵੇਂ ਕਰਜ਼ੇ ਚੁੱਕਣੇ ਪੈਂਦੇ ਹੋਣ, ਆਪਾਂ ਸਮਝ ਸਕਦੇ ਹਾਂ ਕਿ ਉਸ ਸੂਬੇ ਦੀ ਵਿੱਤੀ ਹਾਲਤ ਕੀ ਹੋਈ ਪਈ ਹੈ। ਸੋ ਗੱਲ ਇਸ ਵਕਤ ਇਸ ਤਰ੍ਹਾਂ ਦੀ ਹੈ ਕਿ ਜਿਹੜੇ ਵੀ ਲੋਕ ਟੈਕਸ ਚੋਰੀ ਕਰਦੇ ਆ ਉਹਨਾਂ ਦੇ ਉੱਤੇ ਵੀ ਸ਼ਿਕੰਜਾ ਕੱਸਿਆ ਜਾਵੇ ਤੇ ਸਕੀਮਾਂ ਇਹੋ ਜਿਹੀਆਂ ਬਣਾਈਆਂ ਜਾਣ ਜਿਹੜੀਆਂ ਕਿ ਲੋਕ ਪੱਖੀ ਹੋਣ। ਇਸ ਵਕਤ ਇਕੱਲੇ ਵੋਟ ਤੰਤਰ ਦੇ ਚੱਕਰ ਦੇ ਵਿੱਚ ਕੁਝ ਲੋਕਾਂ ਨੂੰ ਖੁਸ਼ ਕਰਨ ਦੇ ਲਈ ਬਹੁਤ ਕੁਝ ਕੀਤਾ ਜਾ ਰਿਹਾ ਹੈ, ਬਹੁਤ ਕੁਝ ਕੀਤਾ ਵੀ ਗਿਆ। ਸੋ ਲੋੜ ਜੇਕਰ ਅਸੀਂ ਪੰਜਾਬ ਨੂੰ ਕਰਜ਼ੇ ਦੇ ਵਿੱਚੋਂ ਬਾਹਰ ਕੱਢਣ ਦੀ ਮਹਿਸੂਸ ਕਰਦੇ ਆ ਤਾਂ ਸਾਡੇ ਸਮੁੱਚੇ ਢਾਂਚੇ ਦੇ ਵਿੱਚ ਤਬਦੀਲੀ ਕਰਨੀ ਪੈਣੀ ਆ। ਇਹ ਨਹੀਂ ਵੀ ਅਮੀਰ ਹੋਰ ਅਮੀਰ ਹੋਈ ਜਾਵੇ, ਗਰੀਬ ਹੋਰ ਗਰੀਬ ਹੋਈ ਜਾਵੇ। ਜਿਹਦੇ ਅੱਜ ਥੋੜੇ ਜਿਹੇ ਕਾਰੋਬਾਰ ਚੱਲਦੇ ਆ ਉਹ 5 ਸਾਲਾਂ ਦੇ ਵਿੱਚ ਅੰਬਰ ਨੂੰ ਛੂਹਣ ਲੱਗ ਪੈਣ ਤੇ ਜਿਹੜਾ ਸਧਾਰਨ ਬੰਦਾ ਉਹਦੇ ਘਰ ਦੇ ਵਿੱਚ ਚੁੱਲ੍ਹਾ ਬਲਣਾ ਬੰਦ ਹੋ ਜਾਏ। ਇਸ ਗੱਲ ਦੇ ਵੱਲ ਸੂਬੇ ਦੀ ਸਰਕਾਰ ਨੂੰ ਖਿਆਲ ਕਰਨਾ ਪਊਗਾ। ਲੰਘੇ ਕੱਲ ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦਾ 5ਵਾਂ ਦਿਨ ਸੀ, ਅੱਜ ਹੈ 6ਵਾਂ ਦਿਨ। ਪਰ ਲੰਘੇ ਕੱਲ ਜਿਸ ਤਰੀਕੇ ਦੇ ਨਾਲ ਰਾਣਾ KP ਸਿੰਘ ਜਿਹੜੇ ਕਿ ਵਿਧਾਨ ਸਭਾ ਦੇ ਸਪੀਕਰ ਆ, ਉਹਨਾਂ ਦੇ ਵੱਲੋਂ ਅਕਾਲੀ ਦਲ ਦੇ ਸਾਰੇ ਵਿਧਾਇਕਾਂ ਨੂੰ ਇਸ ਸੈਸ਼ਨ ਤੱਕ ਦੇ ਲਈ ਮੁਅੱਤਲ ਕਰ ਦਿੱਤਾ ਗਿਆ, ਮੁਲਤਵੀ ਕਰ ਦਿੱਤਾ ਗਿਆ। ਉਹਦੇ ਉੱਤੇ ਕਈ ਤਰ੍ਹਾਂ ਦੇ ਸਵਾਲ ਉੱਠੇ ਆ। ਬਿਕਰਮ ਸਿੰਘ ਮਜੀਠੀਆ ਹੋਰਾਂ ਨੇ ਗੱਲ ਕਹੀ ਹੈ ਕਿ ਗੁੰਡਾਗਰਦੀ ਕੀਤੀ ਜਾ ਰਹੀ ਹੈ, ਮਨ ਆਈਆਂ ਕੀਤੀਆਂ ਜਾ ਰਹੀਆਂ। ਕੈਪਟਨ ਅਮਰਿੰਦਰ ਸਿੰਘ ਦੀ ਬੋਲੀ ਬੋਲਦੇ ਸਪੀਕਰ ਸਾਹਿਬ, ਕੈਪਟਨ ਦੇ ਇਸ਼ਾਰਾ ਕਰਨ ਦੇ ਉੱਤੇ ਹੀ ਸਾਡੇ ਉੱਤੇ ਕਾਰਵਾਈ ਕੀਤੀ ਗਈ ਹੈ। ਜਾਣਕਾਰੀ ਇਹ ਪ੍ਰਾਪਤ ਹੋਈ ਹੈ ਵੀ ਜਦੋਂ ਕੱਲ ਅਕਾਲੀ ਦਲ ਦੇ ਆਗੂਆਂ ਦੇ ਵੱਲੋਂ ਕੈਪਟਨ ਦੇ ਭਾਸ਼ਣ ਦੇ ਵਿੱਚ ਵਿਘਨ ਪਾਇਆ ਗਿਆ ਜਾਂ ਕਹੀਏ ਵੀ ਉਹਨਾਂ ਨੇ ਵੱਖ-ਵੱਖ ਮੁੱਦੇ ਚੁੱਕੇ ਤੇ ਕੈਪਟਨ ਸਰਕਾਰ ਨੂੰ ਘੇਰਿਆ, ਉਸ ਤੋਂ ਬਾਅਦ ਸਪੀਕਰ ਦੇ ਵੱਲੋਂ ਸਾਰੇ ਹੀ ਵਿਧਾਇਕ ਜਿਹੜੇ ਅਕਾਲੀ ਦਲ ਦੇ ਆ ਉਹਨਾਂ ਨੂੰ ਮੁਲਤਵੀ ਕਰ ਦਿੱਤਾ ਗਿਆ। ਉਹਨਾਂ ਨੂੰ ਇਹ ਗੱਲ ਕਹੀ ਗਈ ਕਿ ਤੁਸੀਂ ਹੁਣ ਇਸ ਸੈਸ਼ਨ ਦੇ ਵਿੱਚ ਹਿੱਸਾ ਨਹੀਂ ਲੈ ਸਕਦੇ। ਉਸ ਤੋਂ ਬਾਅਦ ਜਦੋਂ ਫਿਰ ਆਉਣਾ ਚਾਹਿਆ ਕੁਝ ਕੁ ਅਕਾਲੀ ਦਲ ਦੇ ਆਗੂਆਂ ਨੇ, ਜਿਹਦੇ ਵਿੱਚ ਪਵਨ ਕੁਮਾਰ ਟੀਨੂ ਤੇ ਕੁਝ ਕੁ ਹੋਰ ਆ, ਉਹਨਾਂ ਦੇ ਨਾਲ ਧੱਕਾ ਮੁੱਕੀ ਦੀਆਂ ਖਬਰਾਂ ਵੀ ਪ੍ਰਾਪਤ ਹੋਈਆਂ। ਜਦੋਂ ਅਕਾਲੀ ਦਲ ਦੇ ਵਿਧਾਇਕਾਂ ਨੇ ਸਦਨ ਦੇ ਵਿੱਚੋਂ ਜਾਣ ਤੋਂ ਇਨਕਾਰ ਕਰ ਦਿੱਤਾ, ਉਹਨਾਂ ਨੇ ਕਿਹਾ ਅਸੀਂ ਵਿਧਾਨ ਸਭਾ ਦੇ ਵਿੱਚ ਹੀ ਰਹਿਣਾ, ਫਿਰ ਉਹਨਾਂ ਨੂੰ ਪੁਲਿਸ ਕਰਮਚਾਰੀ, ਬਾਕੀ ਸੁਰੱਖਿਆ ਕਰਮਚਾਰੀ ਆ ਜਿਹੜੇ ਉਹ ਚੱਕ ਕੇ ਬਾਹਰ ਛੱਡ ਕੇ ਆਏ ਆ। ਬਿਕਰਮ ਸਿੰਘ ਮਜੀਠੀਆ ਨੇ ਕਿਹਾ ਵੀ ਮੁੱਦੇ ਚੁੱਕਣ ਦੇ ਕਰਕੇ ਸਾਡੇ ਨਾਲ ਇਹ ਧੱਕੇਸ਼ਾਹੀ ਹੁੰਦੀ ਆ। ਅਸੀਂ ਇਸ ਵਕਤ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਨੀ ਚਾਹੁੰਦੇ ਆ ਤੇ ਕਾਂਗਰਸ ਦੇ ਵੱਲੋਂ ਸਾਡੇ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਹੈ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਬਾਅਦ ਵਿੱਚ ਕਰਾਂਗੇ ਟਿੱਪਣੀ। ਸ਼ੁੱਕਰਵਾਰ ਨੂੰ ਪੰਜਾਬ ਵਿਧਾਨ ਸਭਾ ਦੇ ਵਿੱਚ ਉਸ ਵੇਲੇ ਵੱਡਾ ਡਰਾਮਾ ਦੇਖਿਆ ਗਿਆ ਜਦੋਂ ਸਪੀਕਰ ਰਾਣਾ KP ਸਿੰਘ ਨੇ ਅਕਾਲੀ ਦਲ ਦੇ ਸਾਰੇ ਵਿਧਾਇਕਾਂ ਨੂੰ ਮੁਲਤਵੀ ਕਰ ਦਿੱਤਾ ਤੇ ਬਾਕੀ ਰਹਿੰਦੇ ਬਜਟ ਸੈਸ਼ਨ ਦੇ ਲਈ ਸਦਨ ਦੇ ਵਿੱਚੋਂ ਬਾਹਰ ਰਹਿਣ ਦਾ ਹੁਕਮ ਸੁਣਾ ਦਿੱਤਾ। ਹੰਗਾਮੇ ਤੋਂ ਬਾਅਦ ਸਦਨ ਨੂੰ ਮੁਲਤਵੀ ਕਰ ਦਿੱਤਾ ਗਿਆ, ਪਰ ਅਕਾਲੀ ਵਿਧਾਇਕ ਬਾਹਰ ਜਾਣ ਦੇ ਲਈ ਸਹਿਮਤ ਹੀ ਨਾ ਹੋਏ ਤੇ ਉਹ ਸਦਨ ਦੇ ਐਨ ਵਿਚਕਾਰ ਬੈਠ ਗਏ ਤੇ ਉੱਥੇ ਧਰਨਾ ਦੇਣਾ ਸ਼ੁਰੂ ਕਰ ਦਿੱਤਾ। ਫਿਰ ਪੁਲਿਸ ਮੁਲਾਜ਼ਮਾਂ ਨੇ ਉਹਨਾਂ ਨੂੰ ਸਦਨ ਦੇ ਵਿੱਚੋਂ ਬਾਹਰ ਜਾਣ ਵਾਸਤੇ ਕਿਹਾ, ਪਰ ਅਕਾਲੀ ਦਲ ਦੇ ਵਿਧਾਇਕਾਂ ਨੇ ਜਾਣ ਤੋਂ ਇਨਕਾਰ ਕਰ ਦਿੱਤਾ ਤੇ ਨਾਅਰੇਬਾਜ਼ੀ ਜਾਰੀ ਰੱਖੀ। ਤਦ ਪੁਲਿਸ ਨੂੰ ਉਹਨਾਂ ਨੂੰ ਉੱਥੋਂ ਚੁੱਕ ਕੇ ਸਦਨ ਦੇ ਵਿੱਚੋਂ ਬਾਹਰ ਕਰਨਾ ਪਿਆ। ਵਿਧਾਇਕ ਪਵਨ ਕੁਮਾਰ ਟੀਨੂ ਨੇ ਜਦੋਂ ਦੁਬਾਰਾ ਸਦਨ ਦੇ ਅੰਦਰ ਜਾਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੂੰ ਧੱਕੇ ਦੇ ਕੇ ਪਰਾਂ ਕੀਤਾ ਗਿਆ। ਇਸ ਤੋਂ ਪਹਿਲਾਂ ਭੁਲੱਥ ਹਲਕੇ ਤੋਂ ਵਿਧਾਇਕ ਤੇ ਵਿਰੋਧੀ ਧਿਰ ਦੇ ਸਾਬਕਾ ਆਗੂ ਸੁਖਪਾਲ ਖਹਿਰਾ ਨੇ ਸਿੰਘੂ ਬਾਰਡਰ ਦੇ ਉੱਤੇ ਇੱਕ ਕਿਸਾਨ ਮੁਜ਼ਾਹਰਾਕਾਰੀ ਰਣਜੀਤ ਸਿੰਘ ਵਿਰੁੱਧ ਪੁਲਿਸ ਵੱਲੋਂ ਢਾਏ ਗਏ ਕਥਿਤ ਤਸ਼ੱਦਦ ਦਾ ਮੁੱਦਾ ਚੁੱਕਿਆ। ਖਹਿਰਾ ਨੇ ਦੋਸ਼ ਲਾਇਆ ਕਿ ਇਸ ਕਿਸਾਨ ਨੂੰ RSS ਤੇ ਭਾਜਪਾ ਕਾਰਕੁਨਾਂ ਦੀ ਮਦਦ ਦੇ ਨਾਲ ਕਿਸਾਨਾਂ ਦੇ ਕੈਂਪ ਦੇ ਵਿੱਚੋਂ ਚੁੱਕ ਕੇ ਆਪਣੀ ਹਿਰਾਸਤ ਦੇ ਵਿੱਚ ਲਿਆ ਗਿਆ। ਇਸ ਖਬਰ ਦੇ ਉੱਤੇ ਟਿੱਪਣੀ ਕਰਨਾ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਕਿ ਜਿਸ ਤਰੀਕੇ ਦੇ ਨਾਲ ਕੱਲ ਵਿਧਾਨ ਸਭਾ ਦੇ ਵਿੱਚ ਕਾਰਵਾਈ ਹੋਈ ਹੈ ਉਹਦੇ ਉੱਤੇ ਹੈਰਾਨੀ ਹੋਣੀ ਕੁਦਰਤੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਭਾਸ਼ਣ ਦੇ ਵਿੱਚ ਇਹ ਗੱਲ ਕਹੀ ਹੈ ਵੀ ਸੂਬੇ ਦੀ ਸਰਕਾਰ ਸਾਰਾ ਕੁਝ ਠੀਕ ਕਰ ਰਹੀ ਹੈ, ਅਸੀਂ ਕਿਸਾਨੀ ਦੇ ਹੱਕ ਦੇ ਵਿੱਚ ਖੜੇ ਹਾਂ। ਕਿਸਾਨੀ ਦੇ ਲਈ ਜਿਹੜੀਆਂ ਵੀ ਸਕੀਮਾਂ ਜੋ ਯੋਜਨਾਵਾਂ ਇਸ ਵਕਤ ਚੱਲ ਰਹੀਆਂ ਉਹ ਕਦੇ ਵੀ ਅਸੀਂ ਬੰਦ ਨਹੀਂ ਕਰਾਂਗੇ ਜਿੰਨੀ ਦੇਰ ਤੱਕ ਸਾਡੀ ਸਰਕਾਰ ਹੈ। ਤੇ ਜਿਹੜੇ ਇਸ ਵਕਤ ਵਿਰੋਧੀ ਧਿਰਾਂ ਦੇ ਆਗੂ ਜਾਂ ਇਸ ਵਕਤ ਅਕਾਲੀ ਦਲ ਦੇ ਵਿਧਾਇਕ ਆ ਜਿਹੜੇ ਕਿ ਇਸ ਵਕਤ ਸੂਬੇ ਦੀ ਸਰਕਾਰ ਦੇ ਉੱਤੇ ਸਵਾਲ ਖੜੇ ਕਰਦੇ ਆ, ਇਹਨਾਂ ਨੇ ਆਪਣੇ ਰਾਜ ਦੇ ਵਿੱਚ ਕੁਝ ਨਹੀਂ ਕੀਤਾ। ਸਾਨੂੰ ਇਸ ਗੱਲ ਦੇ ਉੱਤੇ ਬੜੀ ਨਾਰਾਜ਼ਗੀ ਹੈ। ਉਹਨਾਂ ਨੇ ਕਿਹਾ ਜੀ ਕਿ ਜਾਣਬੁੱਝ ਕੇ ਇਹਨਾਂ ਦੇ ਵੱਲੋਂ ਟੁੱਚ ਰੜਾਈ ਜਾਂਦੀ ਹੈ, ਇਸ ਕਰਕੇ ਅਸੀਂ ਨਾਰਾਜ਼ ਹੈਗੇ ਹਾਂ। ਪਰ ਬਿਕਰਮ ਸਿੰਘ ਮਜੀਠੀਆ ਨੇ ਗੱਲ ਕਹੀ ਹੈ ਵੀ ਪੰਜਾਬ ਦੇ ਮੁੱਦੇ ਚੁੱਕਣਾ,
ਪੰਜਾਬ ਦੇ ਲਈ ਸੱਚ ਬੋਲਣਾ ਇਸ ਵਕਤ ਗੁਨਾਹ ਹੋਇਆ ਪਿਆ ਤੇ ਸੱਤਾਧਾਰੀ ਧਿਰ ਹੈ ਜਿਹੜੀ ਇਸ ਵਕਤ ਪੰਜਾਬ ਦੀ ਉਹਦੇ ਵੱਲੋਂ ਚਮਦੀਆਂ ਚਲਾਈਆਂ ਜਾ ਰਹੀਆਂ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਅਸੀਂ ਨਸ਼ਾ ਦਾ ਮੁੱਦਾ ਚੁੱਕਣਾ ਸੀ, ਅਸੀਂ ਕੇਬਲ ਮਾਫੀਏ ਦਾ ਮੁੱਦਾ ਚੁੱਕਣਾ ਸੀ, ਅਸੀਂ ਲੈਂਡ ਮਾਫੀਏ ਦਾ ਮੁੱਦਾ ਚੁੱਕਣਾ ਸੀ, ਅਸੀਂ ਪੰਜਾਬ ਦੀ ਬੇਰੁਜ਼ਗਾਰ ਜਵਾਰੀ ਦਾ ਮੁੱਦਾ ਚੁੱਕਣਾ ਸੀ, ਅਸੀਂ ਪੰਜਾਬ ਦੇ ਵਿੱਚ ਇਸ ਵਕਤ ਸਿਹਤ ਸਹੂਲਤਾਂ ਦੀ ਘਾਟ ਜਿਹੜੀ ਪੈਦਾ ਹੋਈ ਹੈ ਇਹਦਾ ਮੁੱਦਾ ਚੁੱਕਣਾ ਸੀ, ਅਸੀਂ ਦਲਿਤ ਵਿਦਿਆਰਥੀਆਂ ਦੀ ਵਜ਼ੀਫਾ ਸਕੀਮ ਦਾ ਮੁੱਦਾ ਚੁੱਕਣਾ ਸੀ। ਪਰ ਇਹਨਾਂ ਦੇ ਵੱਲੋਂ ਜਾਣਬੁੱਝ ਕੇ ਸਾਰੇ ਮੁੱਦਿਆਂ ਤੋਂ ਸਾਨੂੰ ਪਰੇ ਕੀਤਾ ਗਿਆ, ਜਾਣਬੁੱਝ ਕੇ ਸਪੀਕਰ ਦੇ ਨਾਂ ਦੇ ਉੱਤੇ ਕਾਰਵਾਈ ਕੀਤੀ ਗਈ ਹੈ। ਸੋ ਕਹਿਣ ਦਾ ਭਾਵ ਇਹ ਹੈ ਕਿ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਹੈ ਜਿਹੜਾ ਉਹਦਾ ਅੱਜ 6ਵਾਂ ਦਿਨ ਆ, 10 ਤਰੀਕ ਤੱਕ ਇਹ ਸੈਸ਼ਨ ਚੱਲਣਾ। ਇਸ ਸੈਸ਼ਨ ਦੇ ਵਿੱਚ ਇਹੋ ਜਿਹਾ ਕੁਝ ਦੇਖਣ ਨੂੰ ਮਿਲਣਾ। ਦੁੱਖ ਇਸ ਗੱਲ ਦਾ ਵੀ ਜਦੋਂ ਪਿਛਲੀ ਸਰਕਾਰ ਸੀ ਅਕਾਲੀ ਦਲ ਭਾਜਪਾ ਗੱਠਜੋੜ ਦੀ, ਉਦੋਂ ਪੰਜਾਬ ਦੇ ਹਿੱਤ ਆ ਜਿਹੜੇ ਉਹ ਕਿਸਾਨਾਂ ਦੇ ਹਿੱਤ ਆ ਜਿਹੜੇ ਉਹ ਕਾਂਗਰਸ ਨੂੰ ਚੇਤੇ ਆਉਂਦੇ ਸੀ। ਇਸ ਵਕਤ ਕਾਂਗਰਸ ਦੀ ਸਰਕਾਰ ਹੈ ਤੇ ਪੰਜਾਬ ਦੇ ਹਿੱਤ ਆ ਜਿਹੜੇ ਅਕਾਲੀ ਦਲ ਨੂੰ ਚੇਤੇ ਆ ਰਹੇ ਆ, ਆਮ ਆਦਮੀ ਪਾਰਟੀ ਨੂੰ ਚੇਤੇ ਆ ਰਹੇ ਆ। ਸੋ ਵਕਤ ਦੱਸੂਗਾ ਪੰਜਾਬ ਦੇ ਅਸਲ ਹਿੱਤਾਂ ਦੇ ਬਾਰੇ ਕਦੋਂ ਸਿਰ ਜੋੜ ਕੇ ਸੋਚਿਆ ਜਾਂਦਾ। ਪਰ ਹਾਲ ਦੀ ਘੜੀ ਇਹੀ ਪ੍ਰਤੀਤ ਹੁੰਦਾ ਵੀ ਪੰਜਾਬ ਦੇ ਹਿੱਤਾਂ ਦੇ ਨਾਂ ਦੇ ਉੱਤੇ ਸਿਰਫ ਤੇ ਸਿਰਫ ਸ਼ੋਸ਼ੇਬਾਜ਼ੀਆਂ ਹੋਣੀਆਂ। ਇਹ ਚੱਲ ਵੀ ਰਹੀਆਂ, ਇਹ ਚੱਲਦੀਆਂ ਵੀ ਰਹਿਣੀਆਂ। ਇਹਦੇ ਨਾਲ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦਾ ਕਿਹੜਾ ਭਲਾ ਹੁੰਦਾ, ਸੋਚਣ ਵਿਚਾਰਨ ਵਾਲੀ ਗੱਲ ਇਹ ਆ। ਵਿਧਾਨ ਸਭਾ ਦੇ ਸੈਸ਼ਨ ਦਾ ਇੱਕ ਦਿਨ ਲੱਖਾਂ ਰੁਪਏ ਦੇ ਵਿੱਚ ਪੈਂਦਾ ਤੇ ਉਹ ਸਾਰੇ ਪੈਸੇ ਆਮ ਲੋਕਾਂ ਦੀ ਜੇਬ ਦੇ ਵਿੱਚੋਂ ਜਾਂਦੇ ਆ ਤੇ ਲੋਕ ਆਪੇ ਹੀ ਇਸ ਗੱਲ ਦਾ ਨਿਤਾਰਾ ਕਰਨ ਕਿ ਕੀ ਕਦੇ ਉਹਨਾਂ ਦੀ ਗੱਲ ਵਿਧਾਨ ਸਭਾ ਜਾਂ ਲੋਕ ਸਭਾ ਦੇ ਵਿੱਚ ਰੱਖੀ ਗਈ ਹੈ ਜਾਂ ਫਿਰ ਨਹੀਂ। ਖਬਰਾਂ ਦੇ ਉੱਤੇ ਵਿਚਾਰ ਚਰਚਾ ਹੋਰ ਵੀ ਕੀਤੀ ਜਾ ਸਕਦੀ ਸੀ, ਪਰ ਜੋ ਵਕਤ ਦੀ ਘਾਟ ਰੋਕਣ ਦਾ ਇਸ਼ਾਰਾ ਕਰ ਰਹੀ ਹੈ। ਕੱਲ੍ਹ ਨੂੰ ਇਸੇ ਵੇਲੇ ਖਬਰ ਦੀ ਖਬਰ ਲੈ ਕੇ ਮੁੜ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਆਗਿਆ ਦਿਓ। ਬਹੁਤ ਬਹੁਤ ਮਿਹਰਬਾਨੀ।